इन दिनों पंजाब दे सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलरीत कौर। पंजाब दे विच इस वेले धर्म के नाँ ते भी बहुत सारे वाद विवाद छिड़े हुए हैं। फिर भावें वो पटना साहब के साबका जथेदार इकबाल सिंह के बयान ते हो रही सियासत होवे या फिर बेअदबी मामलों को लैके अजे तक इंसाफ ना मिलना भी विवाद बनया होया ते नाल ही गुरु ग्रंथ साहब जी के पावन सरੂਪਾਂ की गायब होने का मामला भी गरमाया होया। इन्हां सारे मुद्दों ते गलबात करन लई साडे नाल इस वेले मौजूद ने डॉक्टर गुरदर्शन सिंह ढिल्लों जो कि पंजाब यूनीवर्सिटी के हिस्टरी डिपार्टमेंट तो रिटायर्ड ने ते सिख बुद्धिजीवी भी ने। सर बहुत बहुत स्वागत है। धन्यवाद जी, बहुत मेहरबानी। सर सब तो पहले शुरुआत करते हैं कि धर्म नूं लैके इस वेले बहुत सारिया शंकावां भी हो रही ने, बहुत सारे वाद विवाद भी हो रहे हैं। सब तो पहला गल करांगे ਜਿਹੜੇ ਇੱਕ ਪਾਸੇ ਤਾਂ ਇਕਬਾਲ ਸਿੰਘ ਜਿਹੜੇ ਸਾਬਕਾ ਜਥੇਦਾਰ ਸੀਗੇ ਪਟਨਾ ਸਾਹਿਬ ਦੇ, ਉਹਨਾਂ ਨੇ ਜਿਹੜਾ ਉੱਥੇ ਆਰਐਸਐਸ ਦੇ ਸਮਾਗਮ ਦੇ ਵਿੱਚ ਨੀਂਹ ਪੱਥਰ ਸਮਾਗਮ ਦੇ ਵਿੱਚ ਰਾਮ ਮੰਦਿਰ ਦੇ ਜਾ ਕੇ ਜੋ ਬਿਆਨ ਦਿੱਤਾ ਉਹ ਵਿਵਾਦ ਬਣਿਆ। ਸਿੱਖ ਸੰਗਤਾਂ ਵੱਲੋਂ ਵੀ ਵਿਵਾਦ ਹੋਇਆ, ਸਿੱਖ ਜਿਹੜੇ ਵੱਡੇ ਪੈਰੋਕਾਰ ਨੇ ਉਹਨਾਂ ਵੱਲੋਂ ਵੀ ਵਿਵਾਦ ਹੋਇਆ ਤੇ ਦੂਜੇ ਪਾਸੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਦਸਮ ਗ੍ਰੰਥ ਦੀ ਕਥਾ ਹੋ ਰਹੀ। देखो गल पता की है, हमेशा ही सिखां नूं सब तो वध खतरा जिहड़ा सिक्खी दे पहरावे विच सिखां विच बैठे लोकां तो आ, क्योंकि ਉਹ ਉਹਨਾਂ ਨੂੰ ਈਜ਼ੀਲੀ ਆਇਡੈਂਟੀਫਾਈ ਨਹੀਂ ਤੁਸੀਂ ਕਰ ਸਕਦੇ। ਇੱਕ ਤਾਂ ਸਿੱਖ ਸਰੂਪ ਚ ਇੱਕ ਉਹਨਾਂ ਨੇ ਗਾਤਰੇ ਪਾਏ ਹੋਏ ਆ, ਦਾੜੀਆਂ ਪ੍ਰਕਾਸ਼ ਕੀਤੀਆਂ ਹੋਈਆਂ, ਪਗੜੀਆਂ ਬੰਨ੍ਹਦੇ ਆ। तो महाराज 10वें पातशाह ने गुरु गोबिंद सिंह जी ने ਤਿੰਨ ਸ਼ਕਤੀਆਂ ਦੇ ਖਿਲਾਫ ਲੜਾਈ ਲੜੀ ਹੈ। ਪਹਿਲਾ ਤਾਂ ਮਸੰਦਾਂ ਦੇ ਖਿਲਾਫ, ਦੂਸਰਾ ਉਹਨਾਂ ਨੇ ਹਿੰਦੂ ਹਿੱਲ ਰਾਜੇ ਜਿਹੜੇ ਸੀ ਉਹਨਾਂ ਦੇ ਖਿਲਾਫ, ਤੀਸਰਾ ਉਹਨਾਂ ਨੇ ਮੁਗਲ ਸਲਤਨਤ ਦੇ ਖਿਲਾਫ। ਸਭ ਤੋਂ ਮਹਾਰਾਜ ਨੇ ਸਮਝਿਆ ਸਭ ਤੋਂ ਘਾਤਕ ਤੇ ਸਭ ਤੋਂ ਖਤਰਨਾਕ ਜਿਹੜਾ ਦੁਸ਼ਮਣ ਹੈ ਉਹ ਮਸੰਦ ਆ। ਮਸੰਦ ਕੌਣ ਆ? ਸਿੱਖੀ ਸਰੂਪ 'ਚ ਹੀ ਹੈ ਨਾ, ਸਿੱਖੀ ਪਹਿਰਾਵੇ 'ਚ ਆ। ਉਹਨਾਂ ਨੂੰ ਮਤਲਬ ਸਿੱਖਾਂ ਨੂੰ ਸਿੱਧੇ ਸਾਦੇ ਲੋਕ ਭੋਲੇ ਭਾਲੇ ਲੋਕਾਂ ਨੂੰ ਸਿੱਖਾਂ ਦੀ ਉਸ ਕਿਸਮ ਦੇ ਮਸੰਦਾਂ ਦੀ ਪਹਿਚਾਨ ਕਰਨੀ ਮੁਸ਼ਕਿਲ। ਤੋਂ ਮਹਾਰਾਜ ਨੇ ਇੱਕ ਤੁਹਾਡੇ ਅੱਗੇ ਮਾਡਲ ਰੱਖਿਆ 10ਵੇਂ ਪਾਤਸ਼ਾਹ ਨੇ ਕਿ ਪਹਿਲਾਂ ਅੰਦਰਲਾ ਜਿਹੜਾ ਸ਼ਤਰੂ ਹੈ ਤੁਹਾਡੇ ਅੰਦਰ ਬੈਠਾ, ਤੁਹਾਡੇ ਪਹਿਰਾਵੇ ਵਿੱਚ ਤੁਹਾਨੂੰ ਘਾਤ ਲਾ ਰਿਹਾ ਅੰਦਰੋਂ, ਸਲੋਲੀ ਐਂਡ ਗ੍ਰੈਜੂਅਲੀ ਉਹਨਾਂ ਨਾਲ ਤੁਸੀਂ ਪਹਿਲਾਂ ਨਜਿੱਠੋ। ਅੱਜ ਵੀ ਹਮੇਸ਼ਾ ਸਿੱਖਾਂ ਦੀ ਲੜਾਈ ਸਭ ਤੋਂ ਸੀਰੀਅਸ ਅੰਦਰੂਨੀ ਦੁਸ਼ਮਣ ਦੇ ਨਾਲ ਹੋਈ ਹੈ ਔਰ ਉਹਦੇ ਵਿੱਚ ਜਿਹੜੇ ਮਸੰਦਾ ਉਹ ਮਹਾਰਾਜ ਨੇ ਆਪ ਕਰਕੇ ਦਿਖਾਇਆ ਹੈਗਾ। ਅੱਜ ਸਿੱਖਾਂ ਨੂੰ ਆਪਣੀ ਸਿੱਖੀ ਤੇ ਪਹਿਰਾ ਦੇਣ ਦੇ ਲਈ ਜਿਹੜਾ ਅੰਦਰ ਵਾਲਾ ਦੁਸ਼ਮਣ ਆ ਉਸ ਨਾਲ ਬੜੇ ਸੀਰੀਅਸ ਤਰੀਕੇ ਦੇ ਨਾਲ ਉਹਨੂੰ ਲੜਨਾ ਪਏਗਾ, ਉਹਦੀ ਪਹਿਚਾਨ ਕਰਨੀ ਪਏਗੀ। ਹੁਣ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜੇ ਸਰੂਪ ਆ ਉਹਨਾਂ ਦੀ ਮਤਲਬ ਉਹ ਗੁਆਚ ਗਏ ਜਾਂ ਕਿੱਥੇ ਗਏ, ਕੀ ਹੋਇਆ ਕੀ ਨਾ ਹੋਇਆ ਉਹ ਮਸਲਾ। ਇਸੇ ਤਰੀਕੇ ਨਾਲ ਹੁਣ ਬਚਿੱਤਰ ਨਾਟਕ ਦੀ ਕਥਾ ਲੈ ਕੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਜਿਹੜੀ ਕਰਾਈ ਜਾ ਰਹੀ ਹੈ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਾਹੀਂ ਬਰਜਿੰਦਰ ਸਿੰਘ ਸਰ ਜਿਹੜਾ ਉਹ ਹੈਗਾ ਉੱਥੇ ਦਾ, ਤੋਂ ਉਹ ਸਾਰੀਆਂ ਜਿਹੜੀਆਂ ਇਹ ਘਟਨਾ ਹੈਗੀਆਂ ਇੱਕੋ ਲੜੀ ਦਾ ਪਾਰਟ ਆ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਆਸਥਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦਿੱਤੀ ਜਾਵੇ। ਇਹ ਸਾਰੇ ਜਿਹੜੇ ਲੋਕ ਆ ਜਿਹੜੇ ਘਟਨਾਕ੍ਰਮ ਕਰ ਰਹੇ ਆ ਜਾਂ ਜਿਨ੍ਹਾਂ ਤੋਂ ਕਰਵਾਇਆ ਜਾ ਰਿਹਾ ਉਹ ਆਰਐਸਐਸ ਦੇ ਨਾਲ ਉਹਨਾਂ ਦੀ ਮਿਲੀ ਭੁਗਤ ਆ। ਔਰ ਆਰਐਸਐਸ ਦੇਖੋ ਦੁਨੀਆ ਦੇ ਵਿੱਚ ਕੋਈ ਵੀ ਧਾਰਮਿਕ ਆਦਮੀ ਆ ਉਹਨੂੰ ਅਗਲਾ ਪੁੱਛਦਾ ਵੀ ਦੱਸ ਤੇਰਾ ਕੀ ਧਰਮ, ਤੇਰਾ ਕੀ ਰਿਲੀਜਨ, ਤੇਰੀ ਕੀ ਆਸਥਾ, ਤੇਰਾ ਕੀ ਵਿਸ਼ਵਾਸ ਆ, ਤੇਰਾ ਕੀ ਫੇਥ ਆ, ਐ ਅਸੀਂ ਗੱਲ ਕਰਦੇ ਨਾ। ਉਹ ਕਹਿੰਦਾ ਮੈਂ ਈਸਾਈ ਆ, ਉਹ ਕਹਿੰਦਾ ਮੈਂ ਮੁਸਲਮਾਨ ਆ, ਉਹ ਕਹਿੰਦਾ ਮੈਂ ਹਿੰਦੂ ਆ, ਉਹ ਕਹਿੰਦਾ ਮੈਂ ਜਿਊ ਆ। ਗੱਲ ਖਤਮ ਹੋ ਗਈ। ਲੇਕਿਨ ਸਿੱਖਾਂ ਦੀ ਤਰਾਸਦੀ ਇਹ ਹੈ ਕਿ ਜਦੋਂ ਉਹ ਕਹਿੰਦੇ ਅਸੀਂ ਸਿੱਖ ਹਾਂ ਤਾਂ ਉਸੇ ਵੇਲੇ ਉਹਨਾਂ ਤੇ ਕਾਊਂਟਰ ਕੁਐਸਚਨ ਕਰ ਦਿੰਦੇ ਆ, ਖਾਸ ਤੌਰ ਤੇ ਜਿਹੜੇ ਹਿੰਦੂ ਆ ਜਾਂ ਆਰਐਸਐਸ ਵਾਲੇ ਆ। ਉਹ ਕਹਿੰਦੇ ਨਹੀਂ ਜੀ ਨਹੀਂ, ਤੁਸੀਂ ਸਿੱਖ ਨਹੀਂ ਹੋ, ਤੁਸੀਂ ਹਿੰਦੂਆਂ ਦਾ ਪਾਰਟ ਹੋ, ਤੁਸੀਂ ਹਿੰਦੂਆਂ ਦਾ ਸੈਕਟ ਹੋ, ਸਬ ਸੈਕਟ ਹੋ, ਜਿਸ ਤਰ੍ਹਾਂ ਹੋਰ ਹਿੰਦੂਆਂ ਦੇ ਸਬ ਸੈਕਟ ਆ। ਤੋ ਸਿੱਖਾਂ ਨੂੰ ਮਤਲਬ ਉਸ ਗੱਲ ਦੇ ਖਿਲਾਫ ਲੜਾਈ ਲੜਨ ਲਈ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ। ਉਹਨਾਂ ਨੂੰ ਦੱਸਣਾ ਪੈਂਦਾ ਵੀ ਸਾਡੇ ਗੁਰੂਆਂ ਨੇ ਕੀ ਕੀਤਾ। ਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਨਹੀਂ ਪਾਲਿਆ। ਜਨੇਊ ਬੜਾ ਇੰਪੋਰਟੈਂਟ ਸਿੰਬਲ ਹੈ ਹਿੰਦੂਇਜ਼ਮ ਦਾ।
ਤੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਪੈਂਦੀਆਂ, ਕੋਸ਼ਿਸ਼ ਕਰਨੀ ਪੈਂਦੀ ਹੈ, ਐਫਰਟ ਕਰ, ਪਰ ਫਿਰ ਵੀ ਉਹ ਕਹਿੰਦੀ ਨਹੀਂ। ਉਹ ਹੁਣ ਜਿਹੜਾ ਬਚਿੱਤਰ ਨਾਟਕ ਆ ਜਿਹਨੂੰ ਤੁਸੀਂ ਦਸਮ ਗ੍ਰੰਥ ਕਹਿੰਦੇ ਹੋ, ਉਹ ਇੱਕ ਮਤਲਬ ਅੰਗਰੇਜ਼ਾਂ ਨੇ ਪਹਿਲਾਂ, ਮੁਗਲਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਇੰਡੀਪੈਂਡੈਂਟ ਸੋਵਰਨ ਧਾਰਮਿਕ ਆਇਡੈਂਟੀਟੀ ਉਹਨੂੰ ਖਤਮ ਕਰ ਦਈਏ। ਉਹ ਕਰ ਨਹੀਂ ਸਕੇ। ਫਿਰ ਉਸ ਤੋਂ ਬਾਅਦ ਅੱਗੇ ਅੰਗਰੇਜ਼ ਜਿਹੜੇ ਰੂਲਰ ਸੀ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਉਹ ਮੁਗਲਾਂ ਨਾਲੋਂ ਵੀ ਚਲਾਕ ਤੇ ਚੁਸਤ ਸੀਗੇ। ਉਹਨਾਂ ਨੇ ਕਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਿੱਖੀ ਨਾਲੋਂ ਤੋੜ ਕੇ ਇਹਨਾਂ ਦੇ ਵਿੱਚ ਹਿੰਦੂਆਂ ਦੇ ਨਾਲ ਹੀ ਇਹਨਾਂ ਦਾ ਮਿਲਗੋਭਾ ਕਰ ਦਈਏ। ਤਾਂ ਉਹਨਾਂ ਨੇ ਇਸ ਕਰਕੇ ਇੱਕ ਬਚਿੱਤਰ ਨਾਟਕ ਤਿਆਰ ਕਰ ਲਿਆ। ਹੁਣ ਦੇਖੋ, ਜੇ ਮੈਂ ਤੁਹਾਨੂੰ ਨਾਟਕ ਦਾ ਮਤਲਬ ਪੁੱਛਾਂ ਤੁਸੀਂ ਹੱਸੋਗੇ। ਨਾਟਕ ਦਾ ਮਤਲਬ ਕੀ ਹੁੰਦਾ? ਆ ਡਰਾਮੇ ਨਹੀਂ ਕਰਦੇ ਲੋਕ, ਨਾਟਕ ਨਹੀਂ ਖੇਲਦੇ, ਆ ਸੜਕਾਂ ਦੇ ਉੱਤੇ ਖੇਲਦੇ ਆ ਰਾਮਲੀਲਾ, ਇੱਕ ਨਾਟਕ ਆ, ਸਮਝੇ ਕਿ ਨਹੀਂ? ਤੋ ਗੁਰੂ ਜੇ ਆਪਣੀ ਆਟੋਬਾਇਓਗ੍ਰਾਫੀ ਲਿਖ ਰਿਹਾ, ਆਪਣੀ ਜੀਵਨ ਕਥਾ ਲਿਖ ਰਿਹਾ, ਉਹਨੂੰ ਨਾਟਕ ਥੋੜ੍ਹਾ ਕਹੇਗਾ। ਜਾਂ ਤਾਂ ਇਹ ਫੈਸਲਾ ਕਰਨ ਜਿਹੜੇ ਇਸ ਗੱਲ ਦਾ ਪ੍ਰਚਾਰ ਕਰਦੇ ਆ ਕਿ ਇਹ ਨਾਟਕ ਆ ਜਾਂ ਗੁਰੂ ਮਹਾਰਾਜ ਦਾ ਅਸਲੀ ਜੀਵਨ। ਅੱਛਾ, ਫਿਰ ਦੂਸਰੀ ਗੱਲ ਆ, 9 ਗੁਰੂ ਸਾਹਿਬਾਨ ਪਹਿਲਾਂ ਹੋਏ ਆ, 10ਵੇਂ ਤੋਂ ਪਹਿਲਾਂ 9 ਗੁਰੂ ਸਾਹਿਬਾਨ ਹੋਏ ਆ। 9 ਗੁਰੂ ਸਾਹਿਬਾਨ ਨੇ ਆਪਣੇ ਜੀਵਨ ਬਾਰੇ ਇੱਕ ਗੱਲ ਨਹੀਂ ਲਿਖੀ। ਗੁਰੂ ਨਾਨਕ ਦੇਵ ਮਹਾਰਾਜ ਨੇ ਕੋਈ ਗੱਲ ਨਹੀਂ ਲਿਖੀ, ਦੂਸਰੇ ਗੁਰੂ ਸਾਹਿਬਾਨ ਨੇ ਨਹੀਂ, ਤੀਸਰੇ ਨੇ, ਚੌਥੇ, 9ਵੇਂ ਤੱਕ। ਤਾਂ ਕਿਹੜੀ ਜ਼ਰੂਰਤ ਪੈ ਗਈ 10ਵੇਂ ਪਾਤਸ਼ਾਹ ਨੂੰ ਆਪਣੀ ਜਿਹੜੀ ਜਿਸ ਤਰ੍ਹਾਂ ਬਚਿੱਤਰ ਨਾਟਕ ਲਿਖਣ ਦੀ? ਨਾਟਕ ਤਾਂ ਰੀਅਲ ਲਾਈਫ ਨਹੀਂ ਨਾ ਹੁੰਦੀ। ਉਸ ਤੋਂ ਪਹਿਲਾਂ ਗੁਰੂ 10ਵੇਂ ਪਾਤਸ਼ਾਹ ਤੋਂ ਪਹਿਲਾਂ ਤੁਜ਼ਕੇ ਬਾਬਰੀ, ਬਾਬਰ ਦੀ ਜੀਵਨ ਕਥਾ, ਉਹ ਪ੍ਰਸ਼ਨ ਦੇ ਵਿੱਚ ਉਹਨੂੰ ਤੁਜ਼ਕੇ ਬਾਬਰੀ ਕਹਿੰਦੇ ਆ। ਬਹੁਤ ਮਸ਼ਹੂਰ ਕਿਤਾਬ, ਆਟੋਬਾਇਓਗ੍ਰਾਫੀ, ਦੁਨੀਆ ਦੀਆਂ 3 ਬੈਸਟ ਆਟੋਬਾਇਓਗ੍ਰਾਫੀਜ਼ ਚੋਂ ਮੰਨੀ ਜਾਂਦੀ ਹੈ। ਇੰਨੀ ਵਧੀਆ ਲਿਖੀ ਵੀ ਉਹਦੀ ਬਾਬਰ ਦੀ। ਉਹ ਬਾਬਰ ਬੜਾ ਵਿਦਵਾਨ ਆਦਮੀ ਸੀ। ਇਸੇ ਤਰ੍ਹਾਂ ਤੁਜ਼ਕੇ ਜਹਾਂਗੀਰੀ ਹੈ, ਜਹਾਂਗੀਰ ਦੀ ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਵੀ ਉਹ ਸਾਡਾ ਡਰਾਮਾ ਹੈ। ਆ ਤੁਸੀਂ ਜਿਹੜਾ ਬੁੱਕਲ ਚੋਂ ਕੱਢ ਕੇ ਮਾਰਿਆ ਸੱਪ ਬਾਹਰ, ਉਹਦੇ 'ਚ ਤੁਸੀਂ ਕਹਿ ਰਹੇ ਹੋ ਬਚਿੱਤਰ ਨਾਟਕ। ਬਚਿੱਤਰ ਵੀ ਆ ਤੇ ਨਾਟਕ ਵੀ ਆ। ਤੋ ਉਹ ਤਾਂ ਫਿਰ ਇਹਦਾ ਮਤਲਬ ਤੁਹਾਡੇ ਆਪਣੇ ਕਹਿਣ ਦੇ ਮੁਤਾਬਕ ਹੀ ਜਿਸ ਬੰਦੇ ਨੇ ਸ਼ਰਾਰਤ ਕੀਤੀ ਆ, ਜਿਹੜਾ ਚੋਰ ਹੁੰਦਾ ਉਹ ਕੋਈ ਮੋਰੀ ਛੱਡ ਜਾਂਦਾ ਕਿਸੇ ਨਾ ਪਾਸੇ। ਤੋ ਜਿਸ ਬੰਦੇ ਨੇ ਸ਼ਰਾਰਤ ਕੀਤੀ ਹੈ ਬਚਿੱਤਰ ਨਾਟਕ ਵਾਲੀ, ਉਹਨੇ ਇਹ ਗੱਲ ਉਹਦੇ ਅੱਖੋਂ ਪਰੋਖੇ ਹੋ ਗਈ। ਕਿਉਂਕਿ ਅਸਲੀ ਤਾਂ ਹੈ ਨਹੀਂ, ਜੇ ਗੁਰੂ ਦੀ ਆਪਣੀ ਬਾਇਓਗ੍ਰਾਫੀ ਹੁੰਦੀ, ਗੁਰੂ ਦੀ ਆਪਣੀ ਜੀਵਨ ਕਥਾ ਹੁੰਦੀ, ਤਾਂ ਉਸ ਨੂੰ ਕੋਈ ਹੋਰ ਵਧੀਆ ਸ਼ਬਦ ਦਿੱਤਾ ਜਾਂਦਾ। ਫਿਰ ਉਹਨਾਂ ਨੇ ਕਿਹਾ ਵੀ ਇਹ ਗੱਲ ਬਣਦੀ ਨਹੀਂ। ਫਿਰ ਉਹਨੂੰ ਦਸਮ ਗ੍ਰੰਥ ਕਹਿਣ ਲੱਗ ਗਏ। ਫਿਰ ਹੌਲੀ ਹੌਲੀ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਕਹਿਣ ਲੱਗ ਗਏ। ਤੋ ਮੇਰਾ ਮਤਲਬ ਤਾਂ ਕਹਿਣ ਦਾ ਇਹ ਆ, ਹੁਣ ਦੂਸਰੇ ਪਾਸੇ ਹੋਰ ਗੱਲ ਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਕੰਪਲੀਟ ਆ। ਉਸ ਨੂੰ ਅਸੀਂ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ। ਜਿਹੜਾ ਸਿੱਖਾਂ ਦਾ ਜੋ ਗੁਰੂ ਗ੍ਰੰਥ ਸਾਹਿਬ ਹੈ, ਉਹ ਰੱਬ ਹੈ ਸਿੱਖਾਂ ਲਈ। ਜਿਹੜਾ ਰੱਬ ਆ ਉਹਦੇ 'ਚ ਤਾਂ ਨਾ ਤੁਸੀਂ ਕੁਝ ਪਾ ਸਕਦੇ ਹੋ, ਨਾ ਉਸ ਵਿੱਚ ਤੁਸੀਂ ਕੱਢ ਸਕਦੇ ਹੋ, ਕੰਪਲੀਟ ਆ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਕੰਪਲੀਟ ਆ, ਪੂਰਨ ਆ, ਸੰਪੂਰਨ ਆ, ਤਾਂ ਹੋਰ ਕਿਸੇ ਗ੍ਰੰਥ ਦੀ ਕੀ ਜ਼ਰੂਰਤ ਆ? ਹੋਰ ਕਿਸੇ ਗ੍ਰੰਥ ਦੀ ਲੋੜ ਹੈ ਹੀ ਨਹੀਂ। ਤੋ ਇਸ ਕਰਕੇ ਇਹ ਸਾਰੀਆਂ ਚੁਸਤੀਆਂ ਚਲਾਕੀਆਂ ਕੀਤੀਆਂ ਜਾ ਰਹੀਆਂ ਕਿ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤੋਂ ਤੋੜ ਦਿਓ, ਉਹਨਾਂ ਦਾ ਵਿਸ਼ਵਾਸ ਤੋੜ ਦਿਓ, ਉਸ ਦੇ ਸਾਹਮਣੇ ਇੱਕ ਸ਼ਰੀਕ ਖੜਾ ਕਰ ਦਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਕ ਸ਼ਰੀਕ। ਹੁਣੇ ਮੈਂ ਇੱਕ ਵੀਡੀਓ ਸੁਣਿਆ, ਉੱਥੇ ਬੰਤਾ ਸਿੰਘ ਜਿਹੜੇ ਇਸ ਦੀ ਕਥਾ ਕਰਦਾ, ਉਹ ਕਹਿੰਦਾ ਵੀ 5 ਗੁਰੂ ਸਾਹਿਬਾਨ ਦਾ ਨਾਮ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਬੇਵਕੂਫ ਆਦਮੀ ਬੰਤਾ ਸਿੰਘ, ਗੁਰੂ ਅਰਜਨ ਨੇ ਲਿਖਿਆ, ਕੰਪਾਈਲ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਪੋਥੀ ਆ, ਤਾਂ 6ਵੇਂ ਗੁਰੂ, 7ਵੇਂ ਗੁਰੂ, 8ਵੇਂ ਗੁਰੂ, 9ਵੇਂ ਗੁਰੂ, 10ਵੇਂ ਗੁਰੂ ਦਾ ਉਹਦੇ 'ਚ ਕਿਵੇਂ ਨਾ ਹੋ ਸਕਦਾ ਸੀ? ਮਤਲਬ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਜਵਾਬ ਦੇ ਰਿਹਾ, ਔਰ ਲੋਕ ਭੋਲੇ ਭਾਲੇ ਉੱਥੇ ਵਿਚਾਰੇ ਸੁਣ ਰਹੇ ਆ। ਜੇ 1604 ਦੇ ਵਿੱਚ ਲਿਖਿਆ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਇਆ, ਕੰਪਾਈਲ ਕਰਾਇਆ, ਤਾਂ 6ਵੇਂ ਗੁਰੂ ਤਾਂ ਵਿਚਾਰੇ ਬਾਅਦ 'ਚ ਆਏ ਆ, 7ਵੇਂ ਗੁਰੂ ਉਦੋਂ ਬਾਅਦ ਆਇਆ, 8ਵੇਂ ਗੁਰੂ ਉਦੋਂ ਬਾਅਦ ਆਇਆ, 9ਵੇਂ ਉਦੋਂ ਬਾਅਦ, 10ਵੇਂ ਉਦੋਂ ਬਾਅਦ ਆਇਆ ਕਿ ਤਾਂ ਉਹਨਾਂ ਦਾ ਨਾਮ ਕਿਵੇਂ ਹੋ ਸਕਦਾ ਸੀ? ਉਹਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਜਿਹੜੀ ਕਰਤਾਰਪੁਰੀ ਬੀੜ ਆ, ਜਿਹੜੀ ਓਰੀਜਨਲ ਬੀੜ ਆ, ਜਿਹੜੀ 5ਵੇਂ ਪਾਤਸ਼ਾਹ ਨੇ ਲਿਖਵਾਈ ਆ, ਉਸ ਬੀੜ 'ਚ 10 ਗੁਰੂਆਂ ਦੇ ਨਾਮ ਜਿਹਨੂੰ ਪ੍ਰਮਾਣਿਕ ਮੰਨਿਆ ਜਾਂਦਾ।
ਉਹਨੂੰ ਸਿੱਖ ਪ੍ਰਮਾਣਿਕ ਮੰਨਦੇ ਆ, ਉਸੇ ਦੀ ਆ ਜਿਹੜਾ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹਦੀ ਕਾਪੀ ਆ। ਓਰੀਜਨਲ ਬੀੜ ਜਿਹੜੀ ਆ ਉਹ ਕਰਤਾਰਪੁਰ ਦੇ ਵਿੱਚ ਸੋਢੀਆਂ ਦੇ ਕੋਲ ਪਈ ਆ। ਤੋ ਮੇਰਾ ਮਤਲਬ ਕਹਿਣ ਦਾ ਉਸ ਦੇ ਵਿੱਚ 10 ਗੁਰੂਆਂ ਦੇ ਨਾਮ ਆ, 10 ਗੁਰੂਆਂ ਦੀ ਡੇਟ ਆਫ ਬਰਥ ਆ, 10 ਗੁਰੂਆਂ ਦੀ ਡੇਟ ਆਫ ਡਿਮਾਈਜ਼ ਆ। ਤੋ ਉਹ ਇੱਕ ਦੁਨੀਆ ਵਿੱਚ ਮੰਨਿਆ ਵਾ ਇੱਕੋ ਹੀ ਧਾਰਮਿਕ ਗ੍ਰੰਥ ਕਹਿ ਲਓ ਉਸਨੂੰ, ਜਿਹਨੂੰ ਅਸੀਂ ਸਾਖਸ਼ਾਤ ਗੁਰੂ ਮੰਨਦੇ ਆ, ਜਿਹੜਾ ਪ੍ਰੋਫਿਟ ਨੇ ਆਪਣੀ ਨਿਗਰਾਨੀ ਦੇ ਵਿੱਚ ਆਪਣੀ ਸੁਪਰਵਿਜ਼ਨ 'ਚ ਲਿਖਾਇਆ। ਹੁਣ ਇੱਕ ਹੋਰ ਦੇਖੋ ਬੜੀ ਕਮਾਲ ਦੀ ਗੱਲ, ਭਾਈ ਗੁਰਦਾਸ ਨੇ ਉਹ ਲਿਖਿਆ, ਸਕ੍ਰਾਈਬ ਸੀ ਉਹਦਾ, ਲਿਖਣ ਵਾਲੇ ਸੀ, ਲਿਖਾਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ। ਭਾਈ ਗੁਰਦਾਸ ਦੀਆਂ ਵਾਰਾਂ ਜਿਹੜੇ ਕਿ ਗੁਰੂ ਅਰਜਨ ਦੇਵ ਦੇ ਫਸਟ ਕਜ਼ਨ ਸੀ, ਸਮਝੇ ਕਿ ਨਹੀਂ, ਤਾਂ ਉਹ ਗੁਰੂ ਦੇ ਨੇੜੇ ਵੀ ਬਹੁਤ ਸੀਗੇ। ਪਰ ਗੁਰੂ ਨੇ ਸਮਝਿਆ ਵੀ ਭਾਈ ਗੁਰਦਾਸ ਦਾ ਉਹ ਸਪਿਰਚੁਅਲ ਲੈਵਲ ਨਹੀਂ, ਜਿਹੜੀ ਸਪਿਰਚੁਅਲਿਟੀ ਮੈਂ ਇਸ ਦੇ ਵਿੱਚ ਇੰਡਕਟ ਕਰਨੀ ਹੈ, ਜਿਹੜੀ ਗੁਰੂ ਕੀ ਕਹਿ ਰਿਹਾ, ਮੈਨੂੰ ਤਾਂ ਤੁਰਕੀ ਬਾਣੀ ਹੈ, ਤੁਰਕੀ ਬਾਣੀ ਮੈਨੂੰ ਇਲਹਾਮ ਹੋ ਰਿਹਾ, ਰੈਵੀਲੇਸ਼ਨ ਹੋ ਰਹੀ ਹੈ, ਪਰਮਾਤਮਾ ਮੈਨੂੰ ਮੈਸੇਜ ਦੇ ਰਿਹਾ, ਮੈਂ ਉਹ ਮੈਸੇਜ ਅੱਗੇ ਟਰਾਂਸਮਿਟ ਕਰ ਰਿਹਾ, ਮੈਂ ਮੈਸੇਂਜਰ ਹਾਂ ਗੋਡ ਦਾ, ਸਮਝੇ ਕਿ ਨਹੀਂ। ਤੋ ਸਿੱਖਾਂ ਨੂੰ ਢਾਹ ਲਾਉਣ ਲਈ ਹਰ ਪਹਿਲੂ ਤੋਂ, ਹਰ ਸੈਕਸ਼ਨ ਤੋਂ, ਹਰ ਡਾਇਰੈਕਸ਼ਨ ਤੋਂ ਸਿੱਖਾਂ ਦੇ ਸਾਰੇ ਵੈਰੀ ਹੈ। ਅੰਗਰੇਜ਼ ਵੀ ਵੈਰੀ ਆ, ਇੰਗਲੈਂਡ ਵਾਲੇ ਜਿਸ ਤਰ੍ਹਾਂ ਬਲੂ ਸਟਾਰ ਦੇ ਵਿੱਚ ਉਹਨਾਂ ਨੇ ਇੰਡੀਅਨ ਸਟੇਟ ਦੀ ਮਦਦ ਕੀਤੀ, ਉੱਥੇ ਸੋਵੀਅਤ ਯੂਨੀਅਨ ਵਾਲੇ ਵੀ ਵੈਰੀ, ਸਿੱਖਾਂ ਦਾ ਕੋਈ ਮਿੱਤਰ ਨਹੀਂ ਹੈ, ਕਿਉਂਕਿ ਸਿੱਖਾਂ ਕੋਲ ਇਸ ਕਿਸਮ ਦਾ ਸੰਕਲਪ ਹੈ, ਵਰਡ ਆਰਡਰ ਹੈ, ਜਿਹੜਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਆ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਸੰਪੂਰਨ ਆ। ਹਾਂਜੀ, ਉਹਦੀ ਉਹ ਸਾਰੀ ਜਿਹੜੀ ਸਿੱਖ ਦਾ ਜ਼ਿੰਦਗੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੀ ਆਧਾਰਸ਼ਿਲਾ, ਉੱਥੋਂ ਹੀ ਉਸਨੇ ਆਪਣੀ ਜ਼ਿੰਦਗੀ ਦੀ ਹਰ ਚੀਜ਼ ਨੂੰ ਉਹਦੇ ਵਿੱਚੋਂ ਪਾਉਣਾ, ਔਰ ਹੈ ਉਹਦੇ 'ਚ। ਚਾਹੇ ਤਾਂ ਦੇਖੋ ਆਦਮੀ ਨੇ ਕੀ ਖਾਣਾ, ਕੀ ਪੀਣਾ, ਕਿਸ ਤਰ੍ਹਾਂ, ਕਿੰਨਾ ਕੁ ਸੌਣਾ, ਕਿੰਨਾ ਕੁ ਬੋਲਣਾ, ਕਿੰਨਾ ਕੁ ਇੱਕ ਦੂਜੇ ਦੇ ਨਾਲ ਵਿਹਾਰ ਰਿਲੇਸ਼ਨਸ਼ਿਪ ਰੱਖਣੇ ਆ। ਦੇਖੋ ਗੱਲਬਾਤ ਕਰਨ ਲਈ ਵੀ ਮਹਾਰਾਜ ਨੇ ਕੀ ਕਿਹਾ, ਵਿੱਚ ਰਹੀਏ ਦੁਨੀਆ ਨਾਨਕ, ਕਿਛ ਸੁਣੀਏ ਕਿਛ ਕਹੀਏ। ਬਹੁਤੀਆਂ ਲੜਾਈਆਂ ਬੀਬਾ ਕਿਉਂ ਹੁੰਦੀਆਂ, ਮੈਂ ਤੁਹਾਡੀ ਗੱਲ ਨਹੀਂ ਸੁਣ ਰਿਹਾ, ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ, ਇਸੇ ਪਿੱਛੇ ਲੜਾਈਆਂ ਹੁੰਦੀਆਂ ਨੇ। ਉਹ ਕਹਿੰਦਾ ਚੁੱਪ ਕਰ, ਉਹ ਕਹਿੰਦਾ ਚੁੱਪ ਕਰ, ਉਦੋਂ ਬਾਅਦ ਲੜਾਈ ਹੋ ਜਾਂਦੀ। ਅੱਜ ਦੁਨੀਆ ਦੇ ਵਰਲਡ ਲੈਵਲ ਤੇ ਚੀਨ ਇੰਡੀਆ ਦੀ ਨਹੀਂ ਗੱਲ ਸੁਣ ਰਿਹਾ, ਇੰਡੀਆ ਚੀਨ ਦੀ ਨਹੀਂ ਗੱਲ, ਠੀਕ ਹੈ ਕਿ ਨਹੀਂ। ਤੋ ਜੇ ਇੱਕ ਦੂਜੇ ਦੀ ਗੱਲ ਸੁਣ ਲੈਣ, ਸੁਣ ਤੋਂ ਬਾਅਦ ਕੋਈ ਕਹਿ ਦੇਣ ਇੱਕ ਦੂਜੇ ਨੂੰ, ਤਾਂ ਸੈਟਲਮੈਂਟ ਹੋ ਸਕਦੀ ਹੈ। ਪਰ ਕਿਉਂਕਿ ਅਸੀਂ ਇੱਕ ਦੂਜੇ ਦੀ ਗੱਲ ਸੁਣਨ ਦੇ ਆਦੀ ਨਹੀਂ, ਮਹਾਰਾਜ ਕਹਿ ਰਿਹਾ ਵੀ ਜੇ ਤੂੰ ਮਤਲਬ ਪੇਸ਼ੈਂਸ ਨਾਲ ਸੁਣ, ਪਹਿਲਾਂ ਸੁਣ, ਜੇ ਜ਼ਰੂਰਤ ਹੈ ਤਾਂ ਬੋਲ। ਹੁਣ ਕੀ ਕੀਤਾ ਮੋਦੀ ਸਾਹਿਬ ਨੇ 19 ਜੂਨ ਨੂੰ ਇੱਕ ਸਟੇਟਮੈਂਟ ਦੇਤੀ। ਕੀ ਸਟੇटमेंट देती कि भाई ना इंडिया में कोई घुसा है, ना कोई हमारी कोई टेरिटरी उन्होंने काबू की है, और हम कोई ऐसा चीज़ हुई नहीं। बोलते ज़्यादा, जे श्री गुरु ग्रंथ साहब गीता की बजाय पढ़िया हुंदा, मोदी साहब ने आ जिहड़ा वाक है सुनिया हुंदा, या इहनूं समझिया हुंदा, या इहनूं विचारिया हुंदा, या अपने जीवन च ढालिया हुंदा, तां इह गल उन्होंने नहीं सी कहनी। उन्होंने सोच के कहनी सी, विच रहीए दुनिया नानक, किछ सुणीए किछ कहीए। यही गल नेहरू जी ने की भी इकसाई चीन दे विच तां एक घाह दा पत्ता भी नहीं उगदा, ते ਉਹ देता ਤਾਂ ਕੋਈ ਗੱਲ ਨਹੀਂ। ਉਹ ਦੋਨੇ ਚੀਜ਼ਾਂ ਅੱਜ ਹਿੰਦੁਸਤਾਨ ਦੇ ਗਲ ਦੇ ਵਿੱਚ ਜਿਸ ਤਰ੍ਹਾਂ ਇੱਕ ਹੱਡੀ ਫਸੀ ਹੁੰਦੀ ਨਾ, ਹੱਡੀਆਂ ਫਸੀਆਂ ਕਿਉਂ ਫਸੀਆਂ, ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਬੋਲੇ। ਤਾਂ ਇਸੇ ਤਰੀਕੇ ਨਾਲ ਤੁਹਾਡਾ ਆਹ ਮੋਹਨ ਭਗਵਤ ਆ, ਕਹਿੰਦਾ ਮੈਂ 3 ਦਿਨਾਂ ਦੇ ਵਿੱਚ ਇੱਕ ਆਰਮੀ ਖੜੀ ਕਰ ਸਕਦਾ, ਜਿਹਨੂੰ ਹਿੰਦੁਸਤਾਨ ਦੀ ਫੌਜ ਵਾਲੇ 6-6 ਮਹੀਨੇ ਸਾਲ ਟ੍ਰੇਨਿੰਗ ਲਾਉਣ ਤੇ ਲਾਉਂਦੇ, ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਬੋਲ ਰਿਹਾ। ਤੋ ਗੱਲ ਜ਼ਰੂਰਤ ਅੱਜ ਇਸ ਗੱਲ ਦੀ ਆ ਦੁਨੀਆ ਲਈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਖ ਲੈਣ, ਉਸ ਨੂੰ ਸਮਝ ਲੈਣ, ਉਸ ਨੂੰ ਆਪਣੇ ਜੀਵਨ 'ਚ ਢਾਲ ਲੈਣ। ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਸਿੱਖਾਂ ਦਾ ਨਹੀਂ ਇਕੱਲਿਆਂ ਦਾ, ਉਹ ਮਾਨਵਤਾ ਦਾ ਵਿਰਸਾ, ਦੁਨੀਆ ਦਾ ਵਿਰਸਾ। ਉਸ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਕਿਸੇ ਹੋਰ ਗ੍ਰੰਥ, ਕਿਸੇ ਹੋਰ ਕਿਤਾਬ, ਕਿਸੇ ਹੋਰ ਜਗ੍ਹਾ ਹੈ ਹੀ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੈ, ਕੰਪਲੀਟ ਆ ਆਪਣੇ ਆਪ 'ਚ, ਹੋਲ ਆ, WHOLE, ਹੋਲ ਦਾ ਮਤਲਬ ਸਭ ਕੁਛ ਉਹਦੇ ਵਿੱਚ ਹੈ, ਤਾਂ ਤੁਹਾਨੂੰ ਹੋਰ ਕਿਸੇ ਕਿਤਾਬ ਦੀ ਕੀ ਲੋੜ ਆ? ਹੋਰ ਕਿਸੇ ਕਿਤਾਬ ਦੀ ਜਾਂ ਗ੍ਰੰਥ ਦੀ ਤਾਂ ਲੋੜ ਪਏਗੀ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਨਕੰਪਲੀਟ ਆ, ਸੰਪੂਰਨ ਨਹੀਂ ਹੈ। ਤੋ ਇਸ ਕਰਕੇ ਉਹ ਭੁੱਲੜ ਜਿਹੜੇ ਸਿੱਖ ਆ,
ਜਿਹੜੇ ਚੱਕੀ ਫਿਰਦੇ ਆ ਬਚਿੱਤਰ ਨਾਟਕ ਨੂੰ ਆਪਣੇ ਸਿਰ ਦੇ ਉੱਤੇ ਆਪਣੇ ਮੱਥੇ ਨਾਲ ਲਾ ਕੇ, ਉਹਨਾਂ ਨੂੰ ਮੈਂ ਇਹ ਗੱਲ ਸਮਝਾਉਣੀ ਚਾਹੁੰਦਾ, ਇੱਕੋ ਹੀ ਗੱਲ ਸਮਝ ਲਓ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਆ, ਉਹ ਪ੍ਰਾਇਮਰੀ ਹੈ, ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਆ। ਕਿਸੇ ਹੋਰ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਹੀ ਨਹੀਂ। ਗੁਰੂ ਸਾਰਾ ਕੁਝ, ਹਰ ਪਹਿਲੂ ਤੋਂ ਆਦਮੀ ਔਰਤ ਦਾ ਕੀ ਰਿਸ਼ਤਾ, ਔਰਤ ਦਾ ਕੀ ਸਮਾਜ ਦੇ ਵਿੱਚ ਸਥਾਨ, ਸਮਾਜ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਵਿਚਰਨਾ, ਸਮਝ ਗਏ ਨਹੀਂ, ਸਾਰੀਆਂ ਚੀਜ਼ਾਂ ਉਹਦੇ ਚ ਦਿੱਤੀਆਂ। ਕੀ ਖਾਣਾ, ਤਨ ਵੀ ਨਾ ਪੀੜਿਆ ਜਾਏ, ਮਨ ਵੀ ਨਾ ਪੀੜਿਆ ਜਾਏ, ਹਰ ਚੀਜ਼ ਆ। ਸੌਣਾ, ਇਸ਼ਨਾਨ ਕਰਨਾ, ਆਪਣੇ ਜਿਸਮ ਨੂੰ ਸਾਫ਼ ਸੁਥਰਾ ਰੱਖਣਾ, ਹਰ ਚੀਜ਼ ਆ। ਜੇ ਉਹਦੇ ਚ ਹੈ ਨਹੀਂ ਤਾਂ ਤੁਸੀਂ ਦੂਸਰਾ ਗ੍ਰੰਥ ਲੈ ਕੇ ਆਓ। ਤੋ ਇਸ ਕਰਕੇ ਉਹ ਲੋਕ ਜਿਹੜੇ ਬਚਿੱਤਰ ਨਾਟਕ ਨੂੰ ਆਪਣੀ ਛਾਤੀ ਨਾਲ ਤੇ ਆਪਣੇ ਮਨ 'ਚ ਵਸਾਉਣ ਦੀ ਕੋਸ਼ਿਸ਼ ਕਰਦੇ, ਉਹ ਭੁੱਲੜ ਆ। ਉਹ ਉਹਨਾਂ ਨੂੰ ਪਤਾ ਹੀ ਨਹੀਂ, ਕਿਸੇ ਗੱਲ ਦੀ ਸਮਝ ਨਹੀਂ। ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਜੀਵਨ 'ਚ ਢਾਲ ਲਓ, ਤੁਹਾਨੂੰ ਹਰ ਸੁੱਖ ਮਿਲੇਗਾ। ਸਮਝੇ ਕਿ ਨਹੀਂ? ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਉਹ ਪੂਜਾ ਦਾ ਸਥਾਨ ਨਹੀਂ ਹੈ। ਉਹ ਨਾ ਮੰਨਤਾ ਦੀ ਗੱਲ ਆ ਵੀ ਉੱਥੇ ਜਾ ਕੇ ਤੁਸੀਂ ਕਹੋ ਵੀ ਮੈਂ ਇੰਨਾ ਪੈਸਾ ਲੁੱਟ ਲਾਂ ਜਿਹੜਾ ਦੁਨੀਆ 'ਚ ਕਿਸੇ ਕੋਲ, ਇਹੋ ਜਿਹੀ ਕੋਈ ਚੀਜ਼ ਨਹੀਂ। ਉਹ ਇੱਕ ਰੈਵੋਲੂਸ਼ਨਰੀ ਡਾਕੂਮੈਂਟ ਆ। ਦੁਨੀਆ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਕਿਸੇ ਹੋਰ ਕੋਲ ਨਹੀਂ ਹੈਗਾ। ਉਹ ਸਿਰਫ ਸਿੱਖਾਂ ਦੇ ਕੋਲ। ਸਿੱਖਾਂ ਦੇ ਕੋਲ ਜੇ ਰਾਜ ਨਹੀਂ ਹੈ ਤਾਂ ਉਹਨਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਔਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਜੀਵਨ 'ਚ ਢਾਲ ਲੈਣ ਤਾਂ ਸਭ ਕੁਝ ਹੈ ਉਹਨਾਂ ਕੋਲ, ਔਰ ਜਿਹੜਾ ਕਿਸੇ ਹੋਰ ਕੋਲ ਨਹੀਂ ਹੈ ਨਾ। ਅੱਛਾ, ਹੁਣ ਇਹ ਆ, ਦੇਖੋ ਕੀ ਆ, ਕਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਅ ਸਿੰਬਲ ਆਫ ਕੰਪੈਸ਼ਨੇਟ ਹਿਊਮਨਿਜ਼ਮ। ਕੰਪੈਸ਼ਨੇਟ, ਕਿਤਨਾ ਕੰਪੈਸ਼ਨ ਉਹਦੇ ਵਿੱਚ, ਮਤਲਬ ਕਿਸੇ ਬੰਦੇ ਦੇ ਉੱਤੇ ਤਰਸ ਕਰਨਾ, ਕਿਸੇ ਬੰਦੇ ਤੇ ਰਹਿਮਤ ਕਰਨੀ। ਹੁਣ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਆ ਲਫ਼ਜ਼ ਆਉਂਦਾ ਬਾਰ-ਬਾਰ। ਬਦਲਾ ਨਹੀਂ ਹੈ ਸਿੱਖਾਂ ਨੇ ਕਿਸੇ ਤੋਂ ਬਦਲਾ ਨਹੀਂ ਲੈਣਾ। ਈਵਨ ਮੋਹਨ ਭਗਵਤ ਤੋਂ ਨਹੀਂ ਲੈਣਾ, ਈਵਨ ਮੋਦੀ ਤੋਂ ਨਹੀਂ ਲੈਣਾ, ਈਵਨ ਕਿਸੇ ਹੋਰ ਤੋਂ ਨਹੀਂ ਲੈਣਾ। ਸਿੱਖਾਂ ਨੇ ਸਭ ਨੂੰ ਇਨਸਾਫ ਦੇਣਾ, ਇਨਸਾਫ ਲੈਣਾ। ਤੋ ਇਸ ਕਰਕੇ ਨਾ ਕੋਈ ਸਾਡਾ ਵੈਰੀ, ਨਾ ਹੀ ਸਾਨੂੰ ਕੋਈ ਬੇਗਾਨਾ। ਸਗਲ ਸੰਗ ਬਣਿਆ ਆਈ ਹੈ ਸਾਡੀ ਤਾਂ। ਤੋ ਮਹਾਰਾਜ ਦਾ ਆਦੇਸ਼ ਹੈ, ਔਰ ਇਸੇ ਕਿਸਮ ਦਾ ਰਾਜ ਸਿੱਖਾਂ ਨੇ ਕਰਕੇ ਦਿਖਾਇਆ, ਕਿਉਂਕਿ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਕਨਸਟੀਟਿਊਸ਼ਨ ਆ, ਉਸ ਨੂੰ ਮੱਦੇ ਨਜ਼ਰ ਰੱਖਿਆ, ਜਿਹਦੇ ਵਿੱਚ ਕਿਸੇ ਤੇ ਕੋਈ ਜ਼ੁਲਮ ਨਹੀਂ ਹੋਇਆ, ਕਿਸੇ ਨੂੰ ਮਜਬੂਰ ਨਹੀਂ ਕੀਤਾ ਗਿਆ ਵੀ ਤੂੰ ਧਰਮ ਬਦਲ ਲਾ ਆਪਣਾ। ਤੋ ਇਸ ਕਰਕੇ ਹੁਣ ਦੂਸਰੀ ਦੇਖੋ, ਸੰਤੋਖ ਸਿੰਘ ਦਾ ਗ੍ਰੰਥ ਆ। ਕੀ ਹੈ ਸੰਤੋਖ ਸਿੰਘ? ਉਹ ਗੁਰੂ ਥੋੜ੍ਹਾ ਆ ਸੰਤੋਖ ਸਿੰਘ, ਇੱਕ ਲਿਖਾਰੀ ਆ। ਸਮਝੇ ਕਿ ਨਹੀਂ? ਸੂਰਜ ਪ੍ਰਕਾਸ਼, ਉਹ ਲਿਖਾਰੀ ਆ, ਉਹ ਸੈਕੰਡਰੀ ਵਰਕ ਆ। ਅਸੀਂ ਉਸ ਨੂੰ ਇਤਿਹਾਸ ਦੇ ਹਿਸਟੋਰੀਓਗ੍ਰਾਫੀ 'ਚ ਕੀ ਕਹਿੰਦੇ ਆ, ਪ੍ਰਾਇਮਰੀ ਸੋਰਸ, ਇੱਕ ਸੈਕੰਡਰੀ ਸੋਰਸ। ਪ੍ਰਾਇਮਰੀ ਸੋਰਸ ਆ ਜਿਹੜਾ, ਉਹ ਸਾਡਾ ਦਸਤਾਵੇਜ਼ ਹੈ, ਉਸ ਦੇ ਵਿੱਚ ਅਸੀਂ ਤਬਦੀਲੀ ਨਹੀਂ ਕਰ ਸਕਦੇ, ਪਰ ਉਸ ਨੂੰ ਅੱਗੇ ਰੱਖ ਕੇ ਜਿਹੜੇ ਸੈਕੰਡਰੀ ਸੋਰਸਿਸ ਆ ਉਹਨਾਂ ਦੀ ਅਸੀਂ ਛਾਣਬੀਨ ਕਰ ਸਕਦੇ ਹਾਂ। ਇਸੇ ਤਰੀਕੇ ਗਿਆਨੀ ਗਿਆਨ ਸਿੰਘ ਦੀ ਰਾਈਟਿੰਗ ਆ, ਇਸੇ ਤਰੀਕੇ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਹੈਗਾ, ਹੋਰ ਅਨੇਕਾਂ, ਭਾਈ ਵੀਰ ਸਿੰਘ ਦੀ ਕੰਮ ਆ, ਭਾਈ ਕਾਹਨ ਸਿੰਘ ਦਾ ਕੰਮ ਆ, ਗਿਆਨੀ ਦਿੱਤ ਸਿੰਘ ਦਾ ਕੰਮ ਆ, ਪ੍ਰੋਫੈਸਰ ਗੁਰਮੁਖ ਸਿੰਘ ਦਾ ਕੰਮ ਆ, ਡਾਕਟਰ ਗੰਡਾ ਸਿੰਘ ਦਾ ਕੰਮ ਆ, ਪ੍ਰਿੰਸੀਪਲ ਤੇਜਾ ਸਿੰਘ ਦਾ ਕੰਮ। ਕਿੰਨੇ ਨਾਂ ਲਵਾਂਗੇ? ਉਹ ਕੋਈ ਪੂਰਨ ਥੋੜ੍ਹਾ ਹੈਗੇ। ਸੰਪੂਰਨ ਇੱਕ ਹੀ ਚੀਜ਼ ਹੈ ਸਾਡੇ ਕੋਲ, ਇੱਕ ਹੀ ਦਸਤਾਵੇਜ਼ ਹੈ, ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਹੈ। ਪੋਥੀ ਪਰਮੇਸ਼ਰ ਕਾ ਥਾਨ ਮਹਾਰਾਜ ਨੇ ਆਪ ਲਿਖਿਆ ਉਸ ਦੇ ਵਿੱਚ। ਤੋ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਆ। ਚਾਹੇ ਤਾਂ ਤੁਸੀਂ ਉਸ ਦੀ ਬੇਅਦਬੀਆਂ ਕਰਾ ਦਿਓ, ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵੇਲੇ। ਆਹੀ ਹੁਣ ਆ ਜਿਹੜਾ ਫਸਿਆ ਹੋਇਆ, ਕੀ ਇਹਦਾ ਨਾਮ, ਡੀਜੀਪੀ ਸੈਣੀ, ਉਸ ਨੂੰ ਬਣਾਉਣ ਵਾਲਾ ਕੌਣ ਆ? ਹਲੇ ਤੁਸੀਂ ਸਹੁੰ ਨਹੀਂ ਖਾਧੀ, ਉਸ ਤੋਂ ਪਹਿਲਾਂ ਇਹਨੇ ਜੱਫੀ ਪਾ ਕੇ ਜਿਹੜਾ ਸੁਖਵੀਰ ਆ ਉਸਨੇ ਕਿਹਾ ਵੀ ਤੂੰ ਡੀਜੀਪੀ ਬਣ ਜਾ। ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਾਤਲ, ਉਸ ਨੂੰ ਤੁਸੀਂ ਡੀਜੀਪੀ ਕੌਣ ਬਣਾਉਣ ਵਾਲਾ? ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੀ ਬਣਾਉਣ ਵਾਲੇ ਆ ਨਾ। ਤੋ ਇਸ ਕੀ ਸਬੂਤ ਆ ਇਸ ਗੱਲ ਦਾ? ਇਹ ਸਬੂਤ ਹੈ ਸਿੱਧੇ ਤੌਰ ਦੇ ਉੱਤੇ ਵੀ ਸਾਡੇ ਵਿੱਚ ਬੈਠਾ ਮਸੰਦ ਬਹੁਤ ਜ਼ਿਆਦਾ ਤਾਕਤਵਰ ਆ ਔਰ ਬਹੁਤ ਛਲ ਕਰ ਰਿਹਾ, ਔਰ ਉਹ ਛਲ ਕਰਕੇ ਸਾਡਾ ਜਿਹੜਾ ਮਤਲਬ ਅਕੀਦਾ ਹੈ, ਸਾਡਾ ਵਿਸ਼ਵਾਸ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਜਿਹੜੀ ਜਿਉਂਦੀ ਜਾਗਦੀ ਜੋਤ ਹੈ, ਲਿਵਿੰਗ ਕਾਰਪੋਰੇਟ ਗੁਰੂ ਹੈ, ਉਸ ਤੋਂ ਸਾਨੂੰ ਤੋੜਨਾ ਚਾਹੁੰਦੇ ਸਾਰੇ ਸਿੱਖਾਂ ਦੇ ਬਾਹਰਲੇ ਦੁਸ਼ਮਣ ਔਰ ਸਿੱਖਾਂ ਦੇ ਅੰਦਰਲੇ ਦੁਸ਼ਮਣ। ਹੁਣ ਮੰਗਲਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ
ਤੁਸੀਂ ਉੱਥੇ ਮਤਲਬ ਸੋ ਕਾਲਡ ਆ ਜਿਹੜਾ ਜਿਹਨੂੰ ਦਸਮ ਗ੍ਰੰਥ ਕਹਿੰਦੇ ਆ, ਮੈਂ ਤਾਂ ਉਹਨੂੰ ਕਹਿੰਦਾ ਹੀ ਨਹੀਂ, ਉਹ ਤਾਂ ਸਾਰੇ ਦਾ ਸਾਰਾ ਬਚਿੱਤਰ ਨਾਟਕ ਆ। ਬਚਿੱਤਰ ਨਾਟਕ ਦੀ ਤੁਸੀਂ ਕਥਾ ਕਰਾ ਰਹੇ ਹੋ ਤਾਂ ਤੁਸੀਂ ਕਰ ਕੀ ਰਹੇ ਹੋ ਭਲਿਓ ਲੋਕੋ? ਪਹਿਲਾਂ ਇਹਦੀ ਉਹ ਤਾਂ ਸਮਝੋ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਲਿਟਲ ਕਰ ਰਹੇ ਹੋ। ਸਿੱਖਾਂ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮਾਣਿਕ ਮੰਨਣਾ, ਉਹਦੀ ਆਥੈਂਟਿਸਿਟੀ, ਉਹਦੀ ਇੰਟੈਗ੍ਰਿਟੀ, ਉਹਦਾ ਕੰਟੈਂਟ, ਉਹਦੀ ਆਥਰਸ਼ਿਪ, ਉਹਦੀ ਡੇਟਿੰਗ ਜਿਹੜੀ ਆ ਕਿ ਪ੍ਰੂਵਨ ਆ ਆਲ ਓਵਰ ਦੀ ਵਰਲਡ। ਤੋਂ ਉਹਦੀ ਸਾਡੇ ਕੋਲ ਉਹੀ ਬੀੜ ਜਿਹੜੀ ਮਹਾਰਾਜ ਨੇ ਲਿਖਵਾਈ ਸੀ 1604 ਦੇ ਵਿੱਚ, ਉਹ ਉਸੇ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਦੇ ਵਿੱਚ ਪਈ। ਉਸ ਦਾ ਆਪਣਾ ਇਤਿਹਾਸ, ਉਸ ਬੀੜ ਦਾ। ਇਹਨਾਂ ਦੀ ਤਾਂ ਇੱਕ ਬੀੜ ਹੀ ਨਹੀਂ ਹੈਗੀ, ਕਿੰਨੀਆਂ ਹੀ ਬੀੜਾਂ ਇਹਨਾਂ ਦੀਆਂ। ਚਾਰ ਨੂੰ ਇਹ ਪ੍ਰਮਾਣਿਕ ਮੰਨਦਾ, 4 ਤੋਂ ਵੀ ਵੱਧ ਆ। ਉਹਦੇ ਵਿੱਚ ਕਿਸੇ ਦੇ ਕਿੰਨੇ ਪੇਜ ਆ, ਕਿਸੇ ਦੇ ਕਿੰਨੇ ਪੇਜ ਆ, ਕਿਸੇ 'ਚ ਆ ਹੈ, ਕਿਸੇ 'ਚ ਉਹ ਹੈ। ਤੋ ਇਸ ਕਰਕੇ ਉਹ ਸਾਰੀ ਕੋਸ਼ਿਸ਼ ਹੈ ਬਾਈਬਲ ਕਲਾਂ ਦੇ ਵਿੱਚ ਜਾਂ ਉੱਥੇ ਜਿੱਥੇ ਵੀ ਜੋ ਕੁਝ ਹੋਇਆ, ਉਹ ਸਾਰੀ ਸਾਜ਼ਿਸ਼ ਹੈ ਬਹੁਤ ਵੱਡੀ, ਜਿਹਦੇ ਵਿੱਚ ਬਾਹਰਲਾ ਦੁਸ਼ਮਣ ਵੀ ਅੰਦਰਲਾ ਦੁਸ਼ਮਣ ਵੀ ਆਪਸ 'ਚ ਮਿਲੇ ਹੋਏ ਆ। ਇਸੇ ਤਰੀਕੇ ਨਾਲ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ, ਉਹਨਾਂ ਨੂੰ ਗਾਇਬ ਕਰ ਦੇਣਾ। ਕਿਤੇ ਹਵਾ 'ਚ ਉੱਡ ਗਏ ਭਾਈ, ਦੱਸੋ ਤਾਂ ਸਹੀ ਤੁਸੀਂ ਕਿੱਥੇ? ਤੋ ਇਸੇ ਤਰੀਕੇ ਦੇ ਨਾਲ ਹੁਣ ਉਸ ਦੇ ਉੱਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ, ਉਹ ਚੁੱਪ ਕਰਕੇ ਬੈਠਾ। ਔਰ ਜਿਹੜਾ ਉਹ ਸਰਸਾ ਹੈਗਾ, ਉਹ ਕਰਵਾ ਰਿਹਾ ਆਪਣੀ ਨਿਗਰਾਨੀ ਦੇ। ਸਰਸਾ ਕੌਣ ਆ? ਸਰਸਾ RSS ਦਾ ਬੰਦਾ ਹੈਗਾ। ਤੋ ਇੱਥੇ ਕੋ ਕਾਲਕਾ ਕੋਲਗਾ ਵੀ ਤੁਹਾਡੀ ਕੀ ਵਿਦਵਤਾ ਹੈ, ਕੀ ਸਕਾਲਰਸ਼ਿਪ ਹੈ, ਕਿਸ ਕਿਸਮ ਦਾ ਤੁਹਾਨੂੰ ਸਮਝ ਤੇ ਗਿਆਨ ਹੈ, ਕਿਹੜੀ ਤੁਸੀਂ ਰਿਸਰਚ ਕੀਤੀ ਹੈ ਜਿਸ ਰਿਸਰਚ ਦੇ ਆਧਾਰ ਤੇ ਤੁਸੀਂ ਇਸ ਕਿਸਮ ਦਾ ਕੰਮ ਕਰਾ ਰਹੇ ਹੋ? ਆ ਜਿਹੜੇ ਉਈਓ ਪੈਸੇ ਬਟੋਰਨ ਵਾਲੇ ਸੋ ਕਾਲਡ ਪ੍ਰਚਾਰਕ ਹੈਗੇ ਆ, ਇਹ ਸਾਰਾ ਨਾਸ ਮਾਰ ਰਹੇ। ਇਸੇ ਤਰੀਕੇ ਨਾਲ ਸੰਤ ਸਮਾਜ ਆ, ਉਹ ਮਤਲਬ ਇਸ ਨੂੰ ਮੱਥਾ ਟੇਕਦਾ। ਇਹ ਆ ਜਿਹੜੀ ਟਕਸਾਲ ਆ, ਉਹ ਇਸ ਨੂੰ ਮੱਥਾ ਟੇਕਦੀ ਆ। ਆ ਜਿਹੜੇ ਰਣਧੀਰ ਸਿੰਘ ਵਾਲੇ ਆ, ਅਖੰਡ ਕੀਰਤਨੇ, ਉਹ ਇਹਨੂੰ ਮੱਥਾ ਟੇਕਦੇ ਆ। ਸੰਤ ਸਮਾਜ ਵਾਲੇ ਇਹਨੂੰ ਮੱਥਾ ਟੇਕਦੇ ਆ। ਉਹ ਸਾਰੇ ਗੁਨਾਹਗਾਰ ਆ। ਉਹ ਗੁਰੂ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਲੋਕ ਆ, ਕਿਉਂਕਿ ਉਹਨਾਂ ਨੂੰ ਉਹ ਮਤਲਬ ਕਿਸੇ ਗੱਲ ਦੇ ਉੱਤੇ ਉਹਨਾਂ ਨੂੰ ਸਮਝ ਹੀ ਨਹੀਂ। ਸਮਝ ਤੋਂ ਬਿਲਕੁਲ ਉੱਪਰ, ਸਮਝ ਤੋਂ ਪਾਸੇ ਹੋਏ ਵੇ ਆ ਉਹ ਲੋਕ। ਤੋ ਮੈਂ ਤੁਹਾਡੇ ਰਾਹੀਂ ਸਾਰੇ ਸਿੱਖ ਸਮਾਜ ਨੂੰ ਇਹ ਬੇਨਤੀ ਕਰਦਾ ਕਿ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਹੋਰ ਪੋਥੀ, ਕੋਈ ਹੋਰ ਗ੍ਰੰਥ, ਕੋਈ ਹੋਰ ਕਿਤਾਬ, ਕੋਈ ਹੋਰ ਕਿਸਮ ਦਾ ਦਸਤਾਵੇਜ਼ ਸਿੱਖਾਂ ਦੇ ਲਈ ਰੈਲੇਵੈਂਟ ਨਹੀਂ ਹੈ। ਉਸ ਦੇ ਵਿੱਚ ਕੁਝ ਵੀ ਹੋ ਸਕਦਾ, ਉਹਨੂੰ ਤੁਸੀਂ ਛੱਡ, ਉਹਦੀ ਛਾਣਬੀਨ ਵੀ ਕਰ ਸਕਦੇ ਹੋ। ਅੱਜ ਜਿਵੇਂ ਤੁਹਾਨੂੰ ਮੈਂ ਦੱਸਿਆ ਸੂਰਜ ਪ੍ਰਕਾਸ਼, ਉਹਦੇ ਚੋਂ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਆ ਕੱਢ ਲਓ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਆ ਉਹਨੂੰ ਰੱਖ ਲਓ, ਬਾਕੀ ਨੂੰ ਤੁਸੀਂ ਸਿੱਟ ਦਿਓ। ਇਸੇ ਤਰੀਕੇ ਦੇ ਨਾਲ ਗਿਆਨੀ ਗਿਆਨ ਸਿੰਘ ਦਾ ਕੰਮ ਆ, ਇਸੇ ਤਰੀਕੇ ਦੇ ਨਾਲ ਰਤਨ ਸਿੰਘ ਭੰਗੂ ਦਾ ਕੰਮ ਆ, ਪੰਥ ਪ੍ਰਕਾਸ਼। ਤੋ ਇਸ ਕਰਕੇ ਹੋਰ ਸਾਰੇ ਕਿੱਡੇ ਬੜੇ ਰਾਈਟਰ। ਤੋ ਅੱਜ ਤੱਕ ਕੋਈ ਐਸਾ ਸ਼ਬਦ ਨਹੀਂ, ਕੋਈ ਐਸੀ ਵਿਆਖਿਆ ਨਹੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੜਪਨ ਨੂੰ, ਉਹਦੀ ਯੂਨੀਕਨੈਸ ਨੂੰ, ਉਹਦੀ ਗ੍ਰੇਟਨੈਸ ਨੂੰ, ਉਹਦੇ ਗ੍ਰੈਂਜਰ ਨੂੰ ਆਪਣੇ ਲਫ਼ਜ਼ਾਂ 'ਚ ਕੈਪਚਰ ਕਰ ਲੇ। ਕਿਉਂਕਿ ਲਫ਼ਜ਼ਾਂ ਦੀ ਵੀ ਆਪਣੀ ਲਿਮਿਟੇਸ਼ਨ, ਕਿਸੇ ਆਦਮੀ ਦੇ ਦਿਮਾਗ ਦੀ ਵੀ ਆਪਣੀ ਲਿਮਿਟੇਸ਼ਨ। ਤੋ ਜਿਹੜਾ ਜੇ ਗੁਰੂ ਆ, ਪਰਮੇਸ਼ਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਤਾਂ ਉਸ ਨੂੰ ਲਫ਼ਜ਼ਾਂ 'ਚ ਥੋੜ੍ਹਾ ਤੁਸੀਂ ਅੰਕਿਤ ਕਰ ਸਕੋ। ਲਫ਼ਜ਼ਾਂ ਦੀ ਤਾਂ ਆਪਣਾ ਇਤਿਹਾਸ ਆ, 2-2.5 ਹਜ਼ਾਰ ਸਾਲ ਤੋਂ ਪਹਿਲਾਂ ਤਾਂ ਜ਼ਬਾਨ ਹੁੰਦੀਆਂ ਹੀ ਨਹੀਂ ਸੀਗੀਆਂ। ਤੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਨੀਕਨੈਸ, ਗ੍ਰੇਟਨੈਸ, ਗ੍ਰੈਂਜਰ ਨੂੰ ਮੇਜਰ ਲਫ਼ਜ਼ਾਂ 'ਚ ਨਹੀਂ ਕਰ ਸਕਦੇ, ਉਸ ਨੂੰ ਤੁਸੀਂ ਰੀਅਲਾਈਜ਼ ਕਰ ਸਕਦੇ। ਔਰ ਵਰਡ ਵੀ ਆ ਸਿੱਖਾਂ ਦਾ ਪਿਆਰ। ਪਿਆਰ ਦੀ ਕੋਈ ਡਾਇਮੈਂਸ਼ਨ ਥੋੜਾ, ਉਹ ਇਹ ਥੋੜਾ ਵੀ ਇੰਨਾ ਉੱਚਾ, ਇੰਨਾ ਲੰਬਾ, ਇੰਨਾ ਮੋਟਾ, ਇੰਨਾ ਪਤਲਾ, ਨੋ। ਉਹਨੂੰ ਤਾਂ ਤੁਸੀਂ ਰੀਅਲਾਈਜ਼ ਕਰ ਸਕਦੇ ਹੋ, ਅਨੁਭਵ ਕਰ ਸਕਦੇ ਹੋ। ਸਿੱਖਾਂ ਦਾ ਫਰਜ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਪਾਉਣ, ਉਸ ਦਾ ਸਤਿਕਾਰ ਕਰਨ, ਪਿਆਰ ਦੇ ਨਾਲ ਸਤਿਕਾਰ ਕਰਨ। ਸਮਝੇ ਕਿ ਨਹੀਂ? ਤਾਂ ਉਸ ਨੂੰ ਫਿਰ ਸਮਝਣ ਦੀ ਉਸ ਦੇ ਨਾਲ ਡਾਇਲੌਗ ਕਰਨ ਕਿ ਹੇ ਪ੍ਰਮਾਤਮਾ, ਹੇ ਅਕਾਲ ਪੁਰਖ, ਹੇ ਸੱਚੇ ਪਾਤਸ਼ਾਹ, ਤੂੰ ਮੈਨੂੰ ਇਸ ਗੱਲ ਦਾ ਗਿਆਨ ਦੇ ਕਿ ਮੈਂ ਤੇਰਾ ਥੋੜਾ ਬਹੁਤ ਤੇਰੇ ਬਾਰੇ ਸਮਝ ਸਕਾਂ। ਤੋ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਸਿੱਖ ਆਪਣੇ ਅੰਦਰਲੇ ਦੁਸ਼ਮਣਾਂ ਨੂੰ ਪਹਿਚਾਨਣ, ਬਾਹਰਲਿਆਂ ਦੀ ਤਾਂ ਪਹਿਚਾਨ ਹੈਗੀ ਆ ਉਹਨੂੰ। ਤੋ ਇਸ ਕਰਕੇ ਅੱਜ ਲੜਾਈ ਆ ਜਿਹੜੀ ਸਿੱਖ ਦੀ, ਉਹ ਅੰਦਰਲੇ ਦੁਸ਼ਮਣ ਨਾਲ। ਤੋ ਅੱਜ ਜ਼ਰੂਰਤ ਆ, ਚਾਹੇ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦਾ ਸਵਾਲ ਲੈ ਲਓ, ਇਹ ਸਾਰੀ ਇੱਕ ਉਹ ਪ੍ਰੋਸੈਸ ਹੈ ਕਿ ਕਿਸ ਤਰੀਕੇ ਨਾਲ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ। ਇਹ ਅੰਗਰੇਜ਼
ਇਹ ਜਿਹੜੇ ਦੂਜੇ ਰੂਲਰ ਹੋਣ ਵਾਲੇ 1947 ਤੋਂ ਬਾਅਦ ਵਾਲੇ ਉਹਨਾਂ ਨੂੰ ਦੇ ਗਏ ਆ ਫਰੇਮਵਰਕ, ਉਹਨੂੰ ਫਰੇਮਵਰਕ ਆ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੂਰੇ ਵਿਆਖਿਆ ਦੇ ਨਾਲ ਲਿਖੇ ਹੋਏ ਲੇਖ ਆ ਮੇਰੇ। ਇਹ ਕਿਤਾਬਾਂ ਮੇਰੀ ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਐਂਡ ਹਿਸਟਰੀ, ਸਾਰੀ ਦੁਨੀਆ 'ਚ ਸਿੱਖਾਂ ਦੇ ਖਿਲਾਫ ਬਹੁਤ ਵੱਡੇ ਮਹਾਸ ਦੇ ਉੱਤੇ ਸਿੱਖੀ ਨੂੰ ਢਾਹ ਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਹਦਾ ਜਵਾਬ ਆ। ਇਸੇ ਤਰੀਕੇ ਨਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਟ ਪੇਪਰ ਲਿਖਿਆ ਸੀ, ਉਹਦੇ 'ਚ ਸਾਰੀ ਚੀਜ਼ ਵਿਆਖਿਆ ਹੈਗੀ ਆ। ਮੇਰੀ ਕਿਤਾਬ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਇੰਡੀਆ ਕਮਿਟ ਸੁਸਾਈਡ। ਇਸੇ ਤਰੀਕੇ ਦੇ ਨਾਲ ਮੇਰੀ ਕਿਤਾਬ ਆ ਰਿਸਰਚਸ ਔਨ ਸਿੱਖ ਰਿਲੀਜਨ ਐਂਡ ਹਿਸਟਰੀ। ਇਹਦੇ ਵਿੱਚ ਦਿੱਤਾ ਵੀ ਸਿੱਖਾਂ ਦੇ ਵਿੱਚ ਮੀਰੀ ਪੀਰੀ ਇੱਕੋ ਹੀ ਸਿਧਾਂਤ ਆ, ਦੋ ਸਿਧਾਂਤ ਨਹੀਂ ਹੈਗੇ, ਸਾਰੀ ਇਸ ਗੱਲ ਨੂੰ ਡੀਲ ਕਰਦੀ ਆ। ਮੇਰੀ ਕਿਤਾਬ ਹੈ ਇਨਸਾਈਟਸ ਇਨਟੂ ਸਿੱਖ ਰਿਲੀਜਨ, ਇਹ ਸਿੱਖਾਂ ਦੇ ਜਿਹੜੇ ਮੁੱਦੇ ਉੱਠੇ ਆ ਉਹਨਾਂ ਦਾ ਜਵਾਬ ਦਿੱਤਾ। ਇਸੇ ਤਰੀਕੇ ਪੰਜਾਬ ਦਾ ਸੰਤਾਪ, ਪੰਜਾਬੀ ਦੀ ਕਿਤਾਬ ਆ, ਕਿਉਂਕਿ ਸਿੱਖ ਕਹਿੰਦੇ ਸੀ ਸਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ, ਤਾਂ ਮੈਂ ਪੰਜਾਬੀ 'ਚ ਲਿਖੀ ਆ। ਉਹਦੇ 'ਚ ਵੀ ਇਹੀ ਦੱਸਿਆ ਵੀ ਜਿਹੜਾ ਬਚਿੱਤਰ ਨਾਟਕ ਆ ਇਹ ਸ਼ਰੀਕ ਖੜਾ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਚਲਾਕੀ ਚੁਸਤੀ ਨਾਲ ਅੰਗਰੇਜ਼ਾਂ ਨੇ, ਔਰ ਉਹ ਸਾਰਾ ਚੀਜ਼ ਦੇ ਗਏ ਆ ਅੱਜ ਦੇ ਜਿਹੜੇ ਰੂਲਰ ਆ ਤੁਹਾਡੇ ਕਾਲੇ ਅੰਗਰੇਜ਼। ਤਾਂ ਇਹ ਹੈ ਸਾਰੀ ਕਹਾਣੀ ਮੇਰੀ ਸਮਝ ਦੇ ਮੁਤਾਬਿਕ। ਸਰ ਤੁਸੀਂ ਦਸਮ ਗ੍ਰੰਥ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬੈਲੈਂਸ ਆ ਉਹ ਦੱਸਿਆ ਬੜੀ ਬਰੀਕੀ ਦੇ ਨਾਲ, ਪਰ ਹੁਣ ਤੱਕ ਆਪਣੇ ਆਪ ਨੂੰ ਸਿੱਖ ਵਿਦਵਾਨ ਕਹਾਉਣ ਵਾਲੇ, ਇੱਥੋਂ ਤੱਕ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਭ ਤੋਂ ਸਰਵਉੱਚ ਸੰਸਥਾ ਹੈ ਸਿੱਖਾਂ ਦੀ, ਉਹਨਾਂ ਨੇ ਦਸਮ ਗ੍ਰੰਥ ਦਾ ਮੁੱਦਾ ਕਿਉਂ ਨਹੀਂ ਚੁੱਕਿਆ? ਤੁਸੀਂ ਕੀ ਸਮਝਦੇ ਹੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਿਰੋਲ ਸਿੱਖੀ ਦਾ ਕੰਮ ਕਰ ਰਹੀ ਹੈ? ਨਹੀਂ। ਜੇ ਨਿਰੋਲ ਸਿੱਖੀ ਦਾ ਕੰਮ ਕਰ ਰਹੀ ਹੁੰਦੀ 328 ਸਰੂਪ ਸਿੱਖਾਂ ਦੇ ਗਾਇਬ ਤਾਂ ਨਹੀਂ ਹੋ ਗਏ ਹਵਾ ਦੇ ਵਿੱਚ। ਤੋ ਅੱਜ ਜਿਹੜਾ ਕਿੰਤੂ ਪਰੰਤੂ ਆ, ਮੈਂ ਇਹੀ ਤਾਂ ਤੁਹਾਨੂੰ ਕਿਹਾ, ਸਿੱਖਾਂ ਦੀ ਲੜਾਈ ਕਿਹਦੇ ਨਾਲ ਆ ਸਭ ਤੋਂ ਜ਼ਿਆਦਾ ਸੀਰੀਅਸ? ਸਿੱਖਾਂ ਦੀ ਸਿੱਖੀ ਦੇ ਵਿੱਚ ਵਸੇ ਜਿਹੜੇ ਵਿੱਚ ਬੜੇ ਹੋਏ ਮਸੰਦ ਉਹਨਾਂ ਨਾਲ। ਤਾਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਮਸੰਦ ਬੈਠੇ ਆ, ਤੁਹਾਡੀ ਲੀਡਰਸ਼ਿਪ ਦੇ ਵਿੱਚ ਮਸੰਦ ਕਿੰਨੇ ਬੈਠੇ ਆ? ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰੇ ਦੇ ਵਿੱਚ ਤੇ ਉੱਥੇ ਬਹਿਬਲ ਕਲਾਂ ਦੇ ਵਿੱਚ ਕੀ ਨਹੀਂ ਕਰਾਇਆ? ਇਸੇ ਤਰੀਕੇ ਨਾਲ ਜਿਹੜਾ ਉਹ ਸੱਚੇ ਸੌਦੇ ਨਾਲ ਰਲ ਕੇ ਕਿਸ ਕਿਸਮ ਦੀਆਂ ਕਰਤੂਤਾਂ ਕਰਾਈਆਂ, ਕਿਸ ਤਰੀਕੇ ਦੇ ਉਸ ਵੇਲੇ ਗੁਰਬਚਨ ਸਿੰਘ ਜਿਹੜਾ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ, ਉਸ ਦੇ ਰਾਹੀਂ ਕਿਸ ਕਿਸਮ ਦੀਆਂ ਘਟੀਆ ਕਰਤੂਤਾਂ ਕਰਾਈਆਂ। ਤੋ ਇਹ ਸਾਰਾ ਸਾਡੀ ਇਸ ਵੇਲੇ ਲੜਾਈ ਹੈ ਸਾਡੇ ਆਪਣੇ ਵਿੱਚ ਬੈਠੇ ਦੁਸ਼ਮਣਾਂ ਦੇ। ਇਹ ਕੈਂਸਰ ਆ। ਕੈਂਸਰ ਬਾਹਰ ਤਾਂ ਹੁੰਦਾ ਨਹੀਂ, ਕੈਂਸਰ ਤਾਂ ਅੰਦਰ ਹੀ ਆ, ਔਰ ਕੈਂਸਰ ਅੰਦਰ ਹੁੰਦਾ ਹੋਇਆ ਇੰਨਾ ਘਾਤਕ ਹੋ ਜਾਂਦਾ ਕਿ ਜਿੱਥੋਂ ਆਦਮੀ ਨੂੰ ਆਪਣਾ ਜਿਹੜਾ ਸਾਰਾ ਜੀਵਨ ਹੀ ਖੋਣਾ ਪੈਂਦਾ, ਫਿਜ਼ੀਕਲ ਲਾਈਫ ਖੋਣੀ ਪੈਂਦੀ ਹੈ। ਤੋ ਇਸੇ ਕਿਸਮ ਦੇ ਇਹ ਸਾਰੇ ਲੋਕ ਆ ਜਿਹੜੇ ਸਿੱਖੀ ਸਰੂਪ ਦੇ ਵਿੱਚ ਆ। ਅੱਜ ਸਰ ਤੁਸੀਂ ਇਕਬਾਲ ਸਿੰਘ ਦੀ ਗੱਲ, ਮੈਨੂੰ ਕਈ ਬੰਦੇ ਕਹਿੰਦੇ ਵੀ ਇਕਬਾਲ ਸਿੰਘ ਦੀ ਸ਼ਿਕਾਇਤ ਹੋਣੀ ਚਾਹੀਦੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਇਹਨੂੰ ਛੇਕੋ। ਮੈਂ ਕਿਹਾ ਵੀ ਕਿਉਂ? ਕਹਿੰਦੇ ਜੀ ਇਸਨੇ ਸਿੱਖੀ ਦੇ। ਮੈਂ ਕਿਹਾ ਇਹ ਤਾਂ ਸਿੱਖ ਹੈ ਹੀ ਨਹੀਂ, ਤੁਸੀਂ ਇਹਦਾ ਪਹਿਲਾਂ ਫੈਸਲਾ ਕਰੋ ਵੀ ਸਿੱਖ ਹੈ ਜਾਂ ਨਹੀਂ ਹੈ। ਇਹ ਤਾਂ ਮਸੰਦ ਹੈ, ਮਸੰਦ ਨੂੰ ਤਾਂ ਸਿੱਖੀ ਚੋਂ ਬਾਹਰ ਕੱਢਣਾ ਜਾਂ ਅੰਦਰ ਰੱਖਣ ਦਾ ਤਾਂ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ, ਉਹ ਤਾਂ ਹੈ ਹੀ ਸਿੱਖੀ ਤੋਂ ਬਾਹਰ। ਤੋ ਇਹ ਸਾਰੇ ਜਿਹੜੇ ਲੋਕ ਹੈ ਇਹ ਸਿੱਖ ਨਹੀਂ ਹੈਗੇ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਕਿਸੇ ਹੋਰ ਗ੍ਰੰਥ ਦੇ ਲੜ ਲੱਗੇ ਹੋਏ ਆ ਜਾਂ ਕਿਸੇ ਹੋਰ ਸਾਧ ਸੰਤ ਦੇ ਲੜ ਲੱਗੇ ਹੋਏ ਆ, ਉਹ ਸਿੱਖ ਨਹੀਂ ਹੈਗੇ। ਉਹ ਸਿੱਖ ਨਹੀਂ ਹੈਗੇ। ਸਿੱਖਾਂ ਦਾ ਫੈਸਲਾ ਜਿਹੜਾ ਹੈਗਾ ਨੰਬਰ ਤੇ ਨਹੀਂ ਹੋਣਾ ਵੀ ਕਿੰਨੇ ਕੁ ਸਿੱਖ ਆ। ਸਿੱਖਾਂ ਦਾ ਫੈਸਲਾ ਹੋਣਾ ਕਿੰਨੇ ਸਿੱਖ ਸਚਾਈ ਦੇ ਨਾਲ ਖੜੇ ਆ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਹਿਰਾ ਦੇ ਰਹੇ ਆ। ਉਹ ਗੱਲ ਫੈਸਲਾ ਕਰੇਗੀ ਕਿੰਨੇ ਕੁ ਸਿੱਖ ਆ। ਉਹਨਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਉਹਨਾਂ ਦੀ ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ ਉਹ ਫੈਸਲਾ ਕਰੇਗਾ ਵੀ ਸਿੱਖੀ ਹੈ ਕੀ। ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸੀ ਸਾਡੇ ਨਾਲ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਉਸਤਤ ਬੜੀ ਬਰੀਕੀ ਦੇ ਨਾਲ ਬਿਆਨ ਕੀਤੀ ਅਤੇ ਸਿੱਖ ਮਸਲੇ, ਧਰਮ ਦੇ ਵਿੱਚ ਹੋ ਰਹੇ ਵਾਦ ਵਿਵਾਦ ਨੂੰ ਪੜਚੋਲ ਦੇ ਨਾਲ ਬਿਆਨ ਕੀਤਾ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ। ਇਹਦੇ ਨਾਲ ਪੰਜਾਬ ਦੇ